ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦੋਸਤੋ, ਤੁਸੀਂ ਵੇਖ ਰਹੇ ਹੋ ਆਪਣਾ ਮਨਪਸੰਦ ਪ੍ਰੋਗਰਾਮ ਦਿਸ਼ਾ ਪਰਿਵਰਤਨ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਹਾਨੂੰ ਸਾਡੇ ਇਹਨਾਂ ਪ੍ਰੋਗਰਾਮਾਂ ਤੋਂ ਬੜੀ ਆਸ਼ੀਸ਼ ਵੀ ਮਿਲ ਰਹੀ ਹੋਵੇਗੀ। ਜਦੋਂ ਅਸੀਂ ਕ੍ਰਿਸਮਸ ਦੇ ਤਿਉਹਾਰ ਨੂੰ ਮਨਾਉਂਦੇ ਹਾਂ ਤਾਂ ਅਸੀਂ ਇੱਕ ਦੂਜੇ ਨੂੰ ਉਪਹਾਰ ਦਿੰਦੇ ਹਾਂ। ਉਪਹਾਰ ਦੇਣਾ ਅਤੇ ਲੈਣਾ ਬਹੁਤ ਸਾਰੇ ਲੋਕਾਂ ਦੇ ਜੀਵਨਾਂ ਦੇ ਵਿੱਚ ਬਹੁਤ ਮਹੱਤਵ ਰੱਖਦਾ ਹੈ। ਇਹਨਾਂ ਦੇ ਜ਼ਰੀਏ ਅਸੀਂ ਆਪਣੇ ਪ੍ਰੇਮ ਨੂੰ ਪ੍ਰਗਟ ਕਰਦੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਉਪਹਾਰਾਂ ਜਾਂ ਤੋਹਫਿਆਂ ਦੀ ਗੱਲ ਕਰਾਂਗੇ। ਬਾਈਬਲ ਬਾਣੀ ਸਾਨੂੰ ਦੱਸਦੀ ਹੈ ਕਿ ਪੂਰਬ ਦੇਸ਼ੋਂ ਕੁਝ ਬੁੱਧਵਾਨ ਰਾਜਿਆਂ ਨੇ, ਜੋ ਕਿ ਜੋਤਸ਼ੀ ਵੀ ਸਨ, ਆਕਾਸ਼ ਦੇ ਤਾਰਿਆਂ ਦੇ ਅਧਿਐਨ ਤੋਂ ਇਹ ਜਾਣ ਕੇ ਕਿ ਸੰਸਾਰ ਦਾ ਮੁਕਤੀਦਾਤਾ ਪੈਦਾ ਹੋਇਆ, ਉਹਨਾਂ ਨੂੰ ਦੰਡਵਤ ਕਰਨ ਦੇ ਲਈ ਪ੍ਰਭੂ ਯਿਸੂ ਜੀ ਦੇ ਕੋਲ ਪਹੁੰਚੇ ਅਤੇ ਉਹਨਾਂ ਜੋਤਸ਼ੀਆਂ ਨੇ ਪ੍ਰਭੂ ਯਿਸੂ ਜੀ ਨੂੰ ਆਪਣੀਆਂ ਕੀਮਤੀਆਂ ਭੇਟਾਂ ਚੜਾਈਆਂ। ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਬੁੱਧਵਾਨ ਰਾਜਿਆਂ ਦੇ ਤੋਹਫੇ ਹੀ ਕਿਉਂ। ਉਸ ਨੂੰ ਅਸੀਂ ਮੱਤੀ ਦੀ ਅੰਜੀਲ ਦੇ 2 ਅਧਿਆਇ ਦੀ 1 ਅਤੇ 2 ਆਇਤਾਂ ਅਤੇ ਫਿਰ 11 ਅਤੇ 12 ਆਇਤਾਂ ਦੇ ਵਚਨਾਂ ਦੇ ਉੱਤੇ ਗੌਰ ਕਰਦੇ ਹੋਏ ਵੇਖਾਂਗੇ। ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੋਏਗੀ। ਨੰਬਰ 1, ਜੋਤਸ਼ੀਆਂ ਨੇ ਯਿਸੂ ਜੀ ਨੂੰ ਕੀ ਦਿੱਤਾ। ਇਸ ਦੇ ਵਿੱਚ ਅਸੀਂ ਦੇਖਾਂਗੇ ਇੱਕ ਰਾਜੇ ਦੇ ਲਈ ਸੋਨੇ ਦਾ ਤੋਹਫਾ, ਇੱਕ ਜਾਜਕ ਦੇ ਲਈ ਲੁਬਾਨ ਦਾ ਤੋਹਫਾ, ਇੱਕ ਮੁਕਤੀਦਾਤਾ ਦੇ ਲਈ ਗੰਧ ਰਸ ਦਾ ਤੋਹਫਾ। ਨੰਬਰ 2, ਜੋਤਸ਼ੀ ਹਾਲੇ ਵੀ ਯਿਸੂ ਜੀ ਨੂੰ ਕੀ ਦਿੰਦੇ ਹਨ। ਸੋਨਾ, ਉਸ ਨੂੰ ਆਪਣੇ ਰਾਜਾ ਦੇ ਤੌਰ ਤੇ ਜਵਾਬ ਦੇਣਾ। ਲੁਬਾਨ, ਉਸ ਕੋਲ ਆਪਣੇ ਜਾਜਕ ਦੇ ਤੌਰ ਤੇ ਆਣਾ। ਗੰਧ ਰਸ, ਆਪਣੇ ਮੁਕਤੀਦਾਤਾ ਦੇ ਰੂਪ ਵਿੱਚ ਉਸ ਨੂੰ ਕਬੂਲ ਕਰਨਾ। ਸੋ ਦੋਸਤੋ, ਆਓ ਅੱਜ ਦੇ ਅਧਿਐਨ ਨੂੰ ਸ਼ੁਰੂ ਕਰਦੇ ਹਾਂ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੋ, ਪਰ ਆਪਣੇ ਮਨਾਂ ਨੂੰ ਤਿਆਰ ਕਰਨ ਦੇ ਲਈ ਇਸ ਮਧੁਰ ਅਤੇ ਸੁਰੀਲੇ ਗੀਤ ਨੂੰ ਸੁਣਦੇ ਹਾਂ। ਤੇਰੀ ਨਾਲ ਪ੍ਰਭੂ ਜੀ ਸਮਾਂ ਆ ਗਿਆ ਚੰਗਾ। ਕਿਰਪਾ ਤੇਰੀ ਨਾਲ ਪ੍ਰਭੂ ਜੀ ਸਮਾਂ ਆ ਗਿਆ ਚੰਗਾ। ਖੁਦ ਸਭ ਕੁਝ ਮੈਨੂੰ ਸੌਂਪਿਆ, ਮੈਂ ਤੇਰਾ ਬੰਦਾ। ਖੁਦ ਸਭ ਕੁਝ ਮੈਨੂੰ ਸੌਂਪਿਆ, ਮੈਂ ਤੇਰਾ ਬੰਦਾ। ਹੈ ਕਿਰਪਾ ਤੇਰੀ ਨਾਲ ਪ੍ਰਭੂ ਜੀ ਸਮਾਂ ਆ ਗਿਆ ਚੰਗਾ। ਖੁਦ ਸਭ ਕੁਝ ਮੈਨੂੰ ਸੌਂਪਿਆ, ਮੈਂ ਤੇਰਾ ਬੰਦਾ। ਸਰੋਤਾ ਦੋਸਤੋ, ਅੱਜ ਦੇ ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਜੋਤਸ਼ੀਆਂ ਦੇ ਤੋਹਫੇ ਹੀ ਕਿਉਂ। ਮੱਤੀ 2 ਅਧਿਆਇ 1 ਵਚਨ ਤੋਂ ਲੈ ਕੇ 2 ਵਚਨ ਤੱਕ, 11 ਵਚਨ ਤੋਂ ਲੈ ਕੇ 12 ਵਚਨ। ਨੰਬਰ 1, ਜੋਤਸ਼ੀਆਂ ਨੇ ਯਿਸੂ ਨੂੰ ਕੀ ਦਿੱਤਾ। ਭਾਗ ਊੜਾ, ਇੱਕ ਰਾਜਾ ਲਈ ਸੋਨੇ ਦਾ ਤੋਹਫਾ। ਭਾਗ ਐੜਾ, ਇੱਕ ਜਾਜਕ ਲਈ ਲੁਬਾਨ ਦਾ ਤੋਹਫਾ। ਭਾਗ ਈੜੀ, ਇੱਕ ਮੁਕਤੀਦਾਤਾ ਲਈ ਗੰਧ ਰਸ ਦਾ ਤੋਹਫਾ। ਨੰਬਰ 2, ਜੋਤਸ਼ੀ ਹਾਲੇ ਵੀ ਯਿਸੂ ਨੂੰ ਕੀ ਦਿੰਦੇ ਹਨ। ਭਾਗ ਊੜਾ ਸੋਨਾ, ਉਸ ਨੂੰ ਆਪਣੇ ਰਾਜਾ ਦੇ ਤੌਰ ਤੇ ਜਵਾਬ ਦੇਣਾ। ਭਾਗ ਐੜਾ ਲੁਬਾਨ, ਉਸ ਕੋਲ ਆਪਣੇ ਜਾਜਕ ਦੇ ਤੌਰ ਤੇ ਜਾਣਾ। ਭਾਗ ਈੜੀ ਗੰਧ ਰਸ, ਉਸ ਨੂੰ ਆਪਣੇ ਮੁਕਤੀਦਾਤਾ ਦੇ ਤੌਰ ਤੇ ਕਬੂਲ ਕਰਨਾ। ਖੈਰ, ਅੱਜ ਮੈਂ ਤੋਹਫਿਆਂ ਬਾਰੇ ਅਤੇ ਦੇਣ ਬਾਰੇ ਗੱਲ ਕਰਨਾ ਚਾਹੁੰਦਾ ਹਾਂ।
ਕ੍ਰਿਸਮਸ ਦਾ ਸੁਭਾਅ ਤੋਹਫੇ ਦੇਣਾ ਹੈ ਅਤੇ ਇਹ ਸਭ ਸ਼ੁਰੂ ਹੋਇਆ ਜਿਵੇਂ ਤੁਸੀਂ ਜਾਣਦੇ ਹੋ। ਦੁਨੀਆ ਵਿੱਚ ਸਭ ਤੋਂ ਵੱਡੇ ਦਾਤਾ ਦੇ ਸਭ ਤੋਂ ਵੱਡਾ ਤੋਹਫਾ ਪ੍ਰਭੂ ਪਰਮੇਸ਼ਰ ਨੂੰ ਦੇਣ ਨਾਲ, ਜਿਸ ਨੇ ਆਪਣੇ ਪੁੱਤਰ ਨੂੰ ਸਾਡੇ ਲਈ ਦੇ ਦਿੱਤਾ, ਅਤੇ ਕ੍ਰਿਸਮਸ ਇਸੇ ਬਾਰੇ ਹੈ। ਪੌਲੁਸ ਨੇ ਦੂਸਰਾ ਕਰੰਥੀਆਂ ਵਿੱਚ ਲਿਖਿਆ ਹੈ, ਧੰਨਵਾਦ ਪਰਮੇਸ਼ਰ ਦਾ ਉਹਦੇ ਉਸ ਦਾਨ ਲਈ ਜਿਹੜਾ ਕਹਿਣ ਤੋਂ ਬਾਹਰ ਹੈ। ਦੂਸਰਾ ਕਰੰਥੀਆਂ 9:13। ਅਸੀਂ ਪਰਮੇਸ਼ਰ ਨੂੰ ਦੇਣ ਦੁਆਰਾ ਸ਼ੁਰੂ ਕਰਦੇ ਹਾਂ, ਪਰ ਜਦੋਂ ਅਸੀਂ ਕ੍ਰਿਸਮਸ ਦੀ ਇਸ ਕਹਾਣੀ ਦਾ ਅਧਿਐਨ ਕਰਦੇ ਅੱਧ ਵਿਚਾਲੇ ਹਾਂ ਤਾਂ ਅਸੀਂ ਉਹਨਾਂ ਤੋਂ ਦੂਰ ਨਹੀਂ ਜਿਨ੍ਹਾਂ ਨੂੰ ਜੋਸ਼ੀਆਂ ਜਾਂ ਮਜੂਸੀ ਕਿਹਾ ਜਾਂਦਾ ਹੈ, ਅਤੇ ਉਹ ਜੋਤਸ਼ੀ ਦਾ ਸੰਬੰਧ ਇਤਿਹਾਸ ਵਿੱਚ ਇੱਕ ਦੂਜੇ ਨੂੰ ਤੋਹਫੇ ਦੇਣ ਨਾਲ ਅਤੇ ਪ੍ਰਭੂ ਨੂੰ ਤੋਹਫੇ ਦੇਣ ਨਾਲ ਹੈ। ਉਹਨਾਂ ਨੇ ਯਿਸੂ ਕੋਲ ਤੋਹਫੇ ਲੈ ਕੇ ਆਉਣ ਬਾਰੇ ਮੱਤੀ ਦੀ ਅੰਜੀਲ ਉਸ ਦੇ 2 ਅਧਿਆਏ ਵਿੱਚ ਲਿਖਿਆ ਹੈ। ਮੈਂ ਤੁਹਾਡੇ ਲਈ ਮੱਤੀ ਦੀ ਅੰਜੀਲ 2 ਅਧਿਆਏ 1:11-12 ਪੜ੍ਹਨਾ ਚਾਹੁੰਦਾ ਹਾਂ। ਜਾਂ ਯਿਸੂ ਰਾਜਾ ਹੈਰੋਦੇਸ ਦਿਨੀ ਯਹੂਦੀਆ ਦੇ ਬੈਤਲਹਮ ਵਿੱਚ ਜੋਸ਼ੀਆਂ ਨੂੰ ਚੜ੍ਹਦੇ ਪਾਸਿਓਂ ਯਰੂਸ਼ਲਮ ਵਿੱਚ ਆਣ ਕੇ ਕਿਹਾ, ਜਿਹੜਾ ਯਹੂਦੀਆਂ ਦਾ ਪਾਤਸ਼ਾਹ ਜੰਮਿਆ ਹੈ ਉਹ ਕਿੱਥੇ ਹੈ? ਕਿਉਂ ਜੋ ਅਸਾਂ ਚੜ੍ਹਦੇ ਪਾਸੇ ਉਹਦਾ ਤਾਰਾ ਡਿੱਠਾ ਅਤੇ ਉਹਨੂੰ ਮੱਥਾ ਟੇਕਣ ਆਏ ਹਾਂ। ਅਤੇ ਉਹਨਾਂ ਨੇ ਘਰ ਵਿੱਚ ਜਾ ਕੇ ਬਾਲਕ ਨੂੰ ਉਹਦੀ ਮਾਤਾ ਮਰੀਅਮ ਦੇ ਨਾਲ ਡਿੱਠਾ ਔਰ ਪੈਰੀ ਪੈ ਕੇ ਉਹਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ੍ਹ ਕੇ ਸੋਨਾ ਅਤੇ ਲੁਬਾਨ ਅਤੇ ਗੰਧਰਸ ਉਹਦੀ ਭੇਟ ਕੀਤੀ, ਅਤੇ ਸੁਪਨੇ ਵਿੱਚ ਖਬਰ ਪਾ ਕੇ ਜੋ ਹੈਰੋਦੇਸ ਦੇ ਕੋਲ ਫਿਰ ਨਾ ਜਾਣ, ਉਹ ਹੋਰ ਰਸਤੇ ਆਪਣੇ ਦੇਸ਼ ਨੂੰ ਮੁੜ ਗਏ। ਮੱਤੀ 2 ਅਧਿਆਏ 1:11-12। ਇਸ ਯੁੱਗਾਂ ਪੁਰਾਣੀ ਤਸਵੀਰ ਵਿੱਚ ਕੁਝ ਖਾਸ ਅਤੇ ਭੇਤ ਵਾਲੀ ਗੱਲ ਹੈ। ਦੂਰ ਮਹਾਂਦੀਪ ਵਿੱਚ ਰੇਤਲੇ ਉਜਾੜ ਵਿੱਚ ਸ਼ਾਂਤ ਤਾਰਿਆਂ ਦੇ ਥੱਲੇ ਇਹ ਉਤਸ਼ਾਹਕ ਕਾਫਲਾ ਕੁਝ ਕੁ ਚਾਲ ਚੱਲਦਿਆਂ ਇਸ ਦੂਰ ਦੇਸ਼ ਵਿੱਚ ਇਹਨਾਂ ਮਨੁੱਖਾਂ ਨੇ ਸ਼ਾਮ ਨੂੰ ਆਕਾਸ਼ ਵਿੱਚ ਚਿੰਨ੍ਹ ਪੜਿਆ ਉਸ ਮਹਾਨ ਸੱਚਾਈ ਨੂੰ, ਜਿਸ ਨੂੰ ਕਈ ਸਾਲਾਂ ਤੱਕ ਉਹ ਜਿਉਂਦੀਆਂ ਰੂਹਾਂ ਨੇ ਪਹਿਚਾਨਣਾ ਸੀ। ਸਮਝਦਿਆਂ ਅਸੀਂ ਉਹਨਾਂ ਨੂੰ ਮਜੂਸੀ ਜਾਂ ਜੋਤਸ਼ੀ ਜਾਂ ਅੰਜੀਲ ਦਾ ਨਾਮ ਵਰਤਦਿਆਂ ਮੈਗੀ, ਜਿਸ ਵਿੱਚੋਂ ਜਾਦੂ ਸ਼ਬਦ ਨਿਕਲਦਾ ਹੈ, ਅਤੇ ਸੱਚਮੁੱਚ ਇਹ ਕਹਾਣੀ ਅਦਭੁਤ ਗੱਲਾਂ ਨਾਲ ਭਰੀ ਹੋਈ ਹੈ। ਸਦੀਆਂ ਤੋਂ ਅਸੀਂ ਉਹਨਾਂ ਦੀ ਪਹਿਚਾਣ ਦੇ ਕਿਆਸੇ ਲਾਉਂਦੇ ਆ ਰਹੇ ਹਾਂ। ਉਹਨਾਂ ਨੂੰ ਅਸੀਂ ਸਭ ਤੋਂ ਪਹਿਲਾਂ ਮੱਤੀ 2 ਅਧਿਆਏ ਦੀ 2 ਐਤ ਵਿੱਚ ਯਰੂਸ਼ਲਮ ਵਿੱਚ ਇਹ ਸਵਾਲ ਪੁੱਛਦੇ ਵੇਖਦੇ ਹਾਂ, ਜਿਹੜਾ ਯਹੂਦੀਆਂ ਦਾ ਪਾਤਸ਼ਾਹ ਜੰਮਿਆ ਹੈ ਉਹ ਕਿੱਥੇ ਹੈ? ਕਿਉਂ ਜੋ ਅਸਾਂ ਚੜ੍ਹਦੇ ਪਾਸੇ ਉਹਦਾ ਤਾਰਾ ਡਿੱਠਾ ਅਤੇ ਉਹਨੂੰ ਮੱਥਾ ਟੇਕਣ ਆਏ ਹਾਂ। ਸਦੀਆਂ ਤੋਂ ਚਿੱਤਰਕਾਰਾਂ ਨੇ ਕ੍ਰਿਸਮਸ ਦੀ ਰਾਤ ਇਹਨਾਂ ਇਆਲੀਆਂ ਨੂੰ ਯਿਸੂ ਨੂੰ ਮੱਥਾ ਟੇਕਦਿਆਂ ਉਹਨਾਂ ਦੇ ਚਿੱਤਰ ਵਿਖਾਏ ਹਨ, ਪਰ ਅਜਿਹਾ ਵਿਚਾਰ ਬਾਈਬਲ ਵਿੱਚੋਂ ਬਿਲਕੁਲ ਨਹੀਂ ਹੈ। ਮੱਤੀ ਦੱਸਦਾ ਹੈ ਕਿ ਜਦੋਂ ਮਜੂਸੀ ਕ੍ਰਿਸਮਸ ਤੇ ਯਿਸੂ ਦੀ ਆਰਾਧਨਾ ਕਰਨ ਲਈ ਆਏ ਤਾਂ ਜਨਮ ਸਥਾਨ ਦਾ ਇਹ ਦ੍ਰਿਸ਼ ਦਿਹਾਤੀ ਬਿਲਕੁਲ ਨਹੀਂ ਸੀ, ਪਰ ਇਹ ਇੱਕ ਘਰ ਸੀ। ਮੱਤੀ 2 ਅਧਿਆਏ 11 ਕਹਿੰਦਾ ਹੈ, ਅਤੇ ਉਹਨਾਂ ਨੇ ਘਰ ਵਿੱਚ ਜਾ ਕੇ ਬਾਲਕ ਨੂੰ ਉਹਦੀ ਮਾਤਾ ਮਰੀਅਮ ਦੇ ਨਾਲ ਡਿੱਠਾ। ਇਉਂ ਜਾਪਦਾ ਹੈ ਕਿ ਯਿਸੂ ਨੂੰ ਖੁਰਲੀ ਵਿੱਚ ਜਨਮ ਲੈ ਹੋਏ ਕੁਝ ਹਫ਼ਤੇ, ਕੁਝ ਮਹੀਨੇ, ਸ਼ਾਇਦ 1 ਜਾਂ 1.5 ਸਾਲ ਹੋ ਗਿਆ ਸੀ। ਯੂਸਫ ਅਤੇ ਮਰੀਅਮ ਨੇ ਆਪਣੇ ਛੋਟੇ ਜਿਹੇ ਪਰਿਵਾਰ ਨੂੰ ਇੱਕ ਉਚਿਤ ਥਾਂ ਤੇ ਠਹਿਰਾਇਆ ਹੋਇਆ ਸੀ, ਅਤੇ ਇਸ ਲਈ ਜੋਤਸ਼ੀ ਥੋੜ੍ਹੀ ਦੇਰ ਨਾਲ ਆਏ ਸਨ। ਖੈਰ ਸ਼ਾਇਦ ਉਹ 3 ਜਣੇ ਜਾਂ 3 ਜਣੇ ਨਹੀਂ ਸਨ। ਅਸਲ ਵਿੱਚ ਇਹਨਾਂ ਤਿੰਨਾਂ ਮਨੁੱਖਾਂ ਨੂੰ ਰਸਮੀ ਤੌਰ ਤੇ ਉਹਨਾਂ ਨੂੰ 3 ਨਾਮਾਂ ਨਾਲ ਜੋੜਿਆ ਗਿਆ ਹੈ, ਬੈਲਟਹਾਜ਼ਰ, ਮੈਲਕਿਓਰ ਅਤੇ ਕੈਸਪਰ, ਪਰ ਇਹ ਨਾਮ ਬਾਈਬਲ ਵਿੱਚ ਨਹੀਂ ਹਨ। ਤੁਹਾਨੂੰ ਇਹ ਨਾਮ ਬਾਈਬਲ ਵਿੱਚ ਨਹੀਂ ਲੱਭਣਗੇ। ਦਰਅਸਲ 17ਵੀਂ ਸਦੀ ਤੋਂ ਪਹਿਲਾਂ ਇਹਨਾਂ ਨਾਮਾਂ ਨੂੰ ਕ੍ਰਿਸਮਸ ਦੀ ਕਹਾਣੀ ਨਾਲ ਜੋੜਿਆ ਗਿਆ ਹੈ, ਅਤੇ ਇਹ ਓਪਰਾ ਵਿੱਚੋਂ ਆਏ ਜਿਸ ਨੂੰ ਕ੍ਰਿਸਮਸ ਦੀ ਕਹਾਣੀ ਦੱਸਣ ਲਈ ਰਚਿਆ ਗਿਆ ਸੀ। ਇਸ ਲਈ ਮੈਂ ਕ੍ਰਿਸਮਸ ਦੀ ਕਹਾਣੀ ਬਾਰੇ ਤੁਹਾਡੇ ਵਿਸ਼ਵਾਸ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ, ਪਰ ਮੈਂ ਚਾਹੁੰਦਾ ਹਾਂ ਤੁਸੀਂ ਉਹ ਜਾਣ ਲਓ ਜੋ ਬਾਈਬਲ ਕਹਿੰਦੀ ਹੈ ਕਿ ਇਹ ਜੋਸ਼ੀ ਖੁਰਲੀ ਦੇ ਦ੍ਰਿਸ਼ ਵਿੱਚ ਨਹੀਂ ਹਨ। ਹੁਣ ਮੈਂ ਆਸ ਕਰਦਾ ਹਾਂ ਕਿ ਇਸ ਨਾਲ ਤੁਹਾਡਾ ਕ੍ਰਿਸਮਸ ਸਮਾਰੋਹ ਬਰਬਾਦ ਨਹੀਂ ਹੋਵੇਗਾ, ਜਾਂ ਤੁਹਾਨੂੰ ਵਾਪਸ ਜਾ ਕੇ ਆਪਣੇ ਕ੍ਰਿਸਮਸ ਕਾਰਡਾਂ ਤੇ ਮੁੜ ਤੋਂ ਕੰਮ ਨਹੀਂ ਕਰਨਾ ਪਵੇਗਾ। ਮੈਨੂੰ ਯਾਦ ਹੈ ਜਦੋਂ ਦਾ ਨੈਟੀਵਿਟੀ ਸਟੋਰੀ ਫਿਲਮ ਖਤਮ ਹੋ ਰਹੀ ਸੀ ਅਤੇ ਉਹਨਾਂ ਮੈਨੂੰ ਪੜ੍ਹਨ ਲਈ ਸਕਰੀਨ ਪਲੇ ਭੇਜੇ, ਤਾਂ ਕੀ ਮੈਂ ਫੈਸਲਾ ਲੈ ਸਕਦਾ ਕਿ ਮੈਂ ਇੱਕ ਕਿਤਾਬ ਲਿਖਣ ਦਾ ਕੰਮ ਕਰਨਾ ਚਾਹੁੰਦਾ ਹਾਂ ਜਾਂ ਨਹੀਂ। ਉਹਨਾਂ ਮੈਨੂੰ ਪੁੱਛਿਆ ਕਿ ਸਕਰੀਨ ਪਲੇ ਵਿੱਚ ਕੁਝ ਅਜਿਹਾ ਤਾਂ ਨਹੀਂ ਜੋ ਬਾਈਬਲ ਆਧਾਰਿਤ ਨਹੀਂ ਹੈ, ਅਤੇ ਮੈਂ ਕਿਹਾ ਖੈਰ
ਸਿਰਫ ਇੱਕ ਚੀਜ਼ ਹੈ ਜੋ ਬਿਲਕੁਲ ਸਹੀ ਨਹੀਂ ਲੱਗੀ, ਅਤੇ ਉਹ ਹੈ ਖੁਰਲੀ ਦੇ ਦ੍ਰਿਸ਼ ਜਾਂ ਸੀਨ ਵਿੱਚ ਜੋਸ਼ੀਆਂ ਦਾ ਹੋਣਾ, ਅਤੇ ਉਹਨਾਂ ਨੂੰ ਉੱਥੇ ਹੋਣਾ ਨਹੀਂ ਚਾਹੀਦਾ। ਅਤੇ ਡਾਇਰੈਕਟਰ ਨੇ ਕਿਹਾ, ਜਰਮੀਆ, ਫਿਲਮ ਸਿਰਫ 90 ਮਿੰਟ ਦੀ ਹੈ, ਸਾਨੂੰ ਉਹਨਾਂ ਨੂੰ ਫਿਲਮ ਖਤਮ ਹੋਣ ਤੋਂ ਪਹਿਲਾਂ ਕਿਤੇ ਨਾ ਕਿਤੇ ਲਿਆਉਣਾ ਪਵੇਗਾ। ਇਸ ਲਈ ਅਸੀਂ ਉਹਨਾਂ ਨੂੰ ਥੋੜ੍ਹੀ ਜਿਹੀ ਰਾਇਤ ਦਿੱਤੀ। ਪਰ ਜੇ ਤੁਸੀਂ ਸੱਚਮੁੱਚ ਸੱਚਾਈ ਨੂੰ ਜਾਣਨਾ ਚਾਹੁੰਦੇ ਹੋ, ਜੋਤਸ਼ੀ ਉਦੋਂ ਆਏ ਜਦੋਂ ਯਿਸੂ ਇੱਕ ਬੱਚਾ ਨਹੀਂ ਸੀ, ਜਿਹੜਾ ਸ਼ਬਦ ਲੂਕਾ ਦੀ ਅੰਜੀਲ ਵਿੱਚ ਵਰਤਿਆ ਗਿਆ ਹੈ। ਪਰ ਇੱਥੇ ਮੱਤੀ ਦੀ ਅੰਜੀਲ ਵਿੱਚ, ਆਪਣੀਆਂ ਬਾਈਬਲਾਂ ਵਿੱਚ ਵੇਖੋ, ਇੱਕ ਬਾਲਗ। ਨਵੇਂ ਨੇਮ ਦੀ ਭਾਸ਼ਾ ਵਿੱਚ ਇੱਕ ਵੱਖਰਾ ਸ਼ਬਦ ਹੈ ਜਿਸ ਦਾ ਮਤਲਬ ਹੈ ਕਾਫੀ ਉਮਰ ਦਾ ਬੱਚਾ। ਇਸ ਲਈ ਯਿਸੂ ਛੋਟਾ ਬੱਚਾ ਨਹੀਂ ਸੀ, ਉਹ ਇੱਕ ਜਵਾਨ ਬਾਲਗ ਸੀ ਜਦੋਂ ਜੋਸ਼ੀ ਉਸ ਨੂੰ ਵੇਖਣ ਲਈ ਉਸ ਕੋਲ ਆਏ। ਸੋ ਅਸੀਂ ਕਿਉਂ ਕਹਿੰਦੇ ਹਾਂ 3 ਜੋਸ਼ੀ ਜਾਂ 3 ਮਜੂਸੀ? ਇਸ ਦਾ ਸਿਰਫ ਇੱਕੋ ਹੀ ਕਾਰਨ ਹੈ, ਅਤੇ ਉਹ ਇਹ ਹੈ ਕਿ ਬਾਈਬਲ ਸਾਨੂੰ ਦੱਸਦੀ ਹੈ ਕਿ ਉਹ 3 ਤੋਹਫੇ ਲੈ ਕੇ ਆਏ, ਅਤੇ ਅਸੀਂ ਕਲਪਨਾ ਕਰਦੇ ਹਾਂ ਕਿ ਹਰ ਇੱਕ ਬੰਦਾ ਇੱਕ ਇੱਕ ਤੋਹਫਾ ਲੈ ਕੇ ਆਇਆ। ਪਰ ਸਾਨੂੰ ਇਸ ਦਾ ਪੱਕਾ ਪਤਾ ਨਹੀਂ ਹੈ। ਅਸਲ ਵਿੱਚ ਸ਼ਾਇਦ ਬਹੁਤ ਸਾਰੇ ਜੋਸ਼ੀ ਹੋਣ ਅਤੇ ਤੋਹਫਾ ਦੇਣ ਵਾਲੇ ਸਿਰਫ 3 ਜਣੇ ਹੋਣ। ਪਰ ਇਹ ਸਭ ਕਹਿ ਕੇ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਇਹ ਬੁੱਧੀਮਾਨ ਮਨੁੱਖ, ਇਹ ਰਾਈਸ ਮਨੁੱਖ, ਇਹ ਗੈਰ ਕੌਮ ਦੇ ਰਾਜੇ ਯਿਸੂ ਨੂੰ ਮਿਲਣ ਲਈ ਦੂਰੋਂ ਆਏ, ਅਤੇ ਇਹ ਵੀ ਉਸੇ ਮਕਸਦ ਲਈ ਆਏ ਜਿਸ ਲਈ ਇਹ ਆਲੀ ਆਏ ਸਨ। ਉਹਨਾਂ ਨੇ ਆ ਕੇ ਯਿਸੂ ਨੂੰ ਮੱਥਾ ਟੇਕਿਆ ਅਤੇ ਉਹ ਤੋਹਫੇ ਲੈ ਕੇ ਆਏ। ਕਹਾਣੀ ਵਿੱਚ ਉਹ ਇਹ ਲੈ ਕੇ ਆਉਂਦੇ ਹਨ। ਨੰਬਰ 1, ਜੋਸ਼ੀਆਂ ਨੇ ਯਿਸੂ ਨੂੰ ਕੀ ਦਿੱਤਾ? ਇਹ ਮਨੁੱਖ ਤੋਹਫੇ ਲੈ ਕੇ ਆਏ, ਅਤੇ ਇਹ ਇਤਫਾਕੀ ਤੋਹਫੇ ਨਹੀਂ ਸਨ। ਉਹਨਾਂ ਨੇ ਆਪਣੇ ਵੱਡੇ ਖਜ਼ਾਨਿਆਂ ਵਿੱਚੋਂ ਯਿਸੂ ਲਈ 3 ਚੀਜ਼ਾਂ ਲਿਆਉਣ ਲਈ ਚੁਣੀਆਂ। ਮੈਨੂੰ ਯਕੀਨ ਹੈ ਕਿ ਉਹ ਆਖਰੀ ਪਲ ਵਿੱਚ ਲਿਆਂਦੇ ਗਏ ਤੋਹਫੇ ਨਹੀਂ ਸਨ। ਤੋਹਫੇ ਬਹੁਤ ਹੀ ਮਹੱਤਵਪੂਰਨ ਸਨ, ਅਤੇ ਜਦੋਂ ਅਸੀਂ ਉਹਨਾਂ ਤੋਹਫਿਆਂ ਦਾ ਪਿਛੋਕੜ ਵੇਖਦੇ ਹਾਂ ਜੋ ਲਿਆਂਦੇ ਗਏ ਸਨ, ਤਾਂ ਅਸੀਂ ਸਮਝਦੇ ਹਾਂ ਕਿ ਇਹਨਾਂ ਜੋਸ਼ੀਆਂ ਦਾ ਆ ਕੇ ਪ੍ਰਭੂ ਦੀ ਆਰਾਧਨਾ ਕਰਨ ਵਿੱਚ ਵੱਡਾ ਵਿਸ਼ਵਾਸ ਸੀ। ਉਹ ਪੈਦਾਇਸ਼ ਦੀ ਇਸ ਕਹਾਣੀ ਦੇ ਸੱਚਮੁੱਚ ਨਾਇਕ ਹਨ। ਭਾਗ ਊੜਾ, ਇੱਕ ਰਾਜੇ ਲਈ ਸੋਨੇ ਦਾ ਤੋਹਫਾ। ਖੈਰ, ਆਓ ਅਸੀਂ ਉਹਨਾਂ ਬਾਰੇ ਵੇਖੀਏ। ਸਭ ਤੋਂ ਪਹਿਲਾਂ ਜੋਸ਼ੀਆਂ ਨੇ ਯਿਸੂ ਨੂੰ ਕੀ ਦਿੱਤਾ? ਉਹਨਾਂ ਨੇ ਇੱਕ ਰਾਜੇ ਨੂੰ ਸੋਨੇ ਦਾ ਤੋਹਫਾ ਦਿੱਤਾ। ਮਤੀ 2:11 ਕਹਿੰਦਾ ਹੈ, ਉਹਨਾਂ ਨੇ ਆਪਣੀਆਂ ਥੈਲੀਆਂ ਖੋਲ ਕੇ ਸੋਨਾ ਭੇਟ ਕੀਤਾ। ਹੁਣ ਅਸੀਂ ਕਲਪਨਾ ਕਰਦੇ ਹਾਂ ਕਿ ਪਹਿਲੇ ਮਹਿਮਾਨ ਨੇ ਜਦੋਂ ਉਸਨੇ ਯਿਸੂ ਨੂੰ ਵੇਖਿਆ, ਸੋਨਾ ਭੇਟ ਕੀਤਾ। ਅਤੇ ਇਸ ਤੋਹਫੇ ਲਈ ਥੋੜ੍ਹੀ ਜਿਹੀ ਵਿਆਖਿਆ ਦੀ ਲੋੜ ਹੈ। ਪੂਰੀ ਦੁਨੀਆ ਵਿੱਚ ਸੋਨੇ ਨੂੰ ਸਭ ਤੋਂ ਜ਼ਿਆਦਾ ਚਾਹਿਆ ਜਾਂਦਾ ਹੈ, ਅਤੇ ਇਹ ਸਭ ਤੋਂ ਕੀਮਤੀ ਧਾਤ ਹੁੰਦਾ ਹੈ, ਉਹ ਪੈਮਾਨਾ ਜਿਸ ਨਾਲ ਸਾਰੀ ਦੌਲਤ ਨੂੰ ਮਾਪਿਆ ਜਾਂਦਾ ਹੈ। ਸਗੋਂ ਗੁਜ਼ਰੇ ਸਮੇਂ ਵਿੱਚ ਵੀ ਸੋਨਾ ਇੱਕ ਪੈਮਾਨੇ ਦੀ ਚੀਜ਼ ਸੀ। ਸੋਨੇ ਨੂੰ ਸ੍ਰੇਸ਼ਟਾ ਧਾਤਾਂ ਵਿੱਚੋਂ ਇੱਕ ਹੈ। ਕੋਈ ਵੀ ਇਕੱਲਾ ਤੇਜ਼ਾਬ ਇਸ ਨੂੰ ਬਰਬਾਦ ਨਹੀਂ ਕਰ ਸਕਦਾ। ਨਾ ਹੀ ਇਸ ਨੂੰ ਜੰਗਾਲ ਲੱਗਦਾ ਹੈ, ਨਾ ਹੀ ਇਸ ਨੂੰ ਖੋਰਿਆ ਜਾ ਸਕਦਾ ਹੈ, ਨਾ ਹੀ ਕੋਈ ਸਫਲਤਾਪੂਰਵਕ ਇਸ ਦੀ ਨਕਲ ਕਰ ਸਕਦਾ ਹੈ ਜਾਂ ਨਕਲੀ ਸੋਨਾ ਬਣਾ ਸਕਦਾ ਹੈ। ਅਤੇ ਇਹ ਇੱਕ ਅਜਿਹਾ ਧਾਤ ਹੈ ਜਿਸ ਨੂੰ ਗਹਿਣੇ ਬਣਾ ਕੇ ਸੁੰਦਰਤਾ ਲਈ ਵਰਤਿਆ ਜਾ ਸਕਦਾ ਹੈ। ਕੂਚ 39 ਵਿੱਚ ਅਸੀਂ ਵਸਤਰਾਂ ਵਿੱਚ ਵੀ ਸੋਨੇ ਦਾ ਵਰਣਨ ਬਾਰੇ ਪੜ੍ਹਦੇ ਹਾਂ। ਕੈਮਸ ਜਾਂ ਦਫਾਰੋਸ਼ ਕਹਿੰਦੇ ਹਨ ਕਿ ਸੋਨੇ ਦੀ ਸਥਿਰਤਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਇਸ ਦੇ ਇੱਕ ਤੁਖਮ ਨੂੰ ਖਿੱਚ ਕੇ 1000 ਇੰਚ ਦੀ ਤਾਰ ਵਿੱਚ ਲਗਭਗ 1 ਮੀਲ ਤੱਕ ਖਿੱਚਿਆ ਜਾ ਸਕਦਾ ਹੈ। ਸ਼ੁੱਧ, ਸਰਲ, ਲਗਭਗ ਅਬਿਨਾਸ਼ੀ ਸੋਨਾ ਸੱਚਮੁੱਚ ਇੱਕ ਸ਼ਾਹੀ ਧਾਤ ਹੈ। ਪੁਰਾਤਨ ਸਮੇਂ ਵਿੱਚ, ਜਿਸ ਵਿੱਚ ਯਿਸੂ ਦਾ ਜਨਮ ਹੋਇਆ ਸੀ, ਸੋਨਾ ਅੱਜ ਨਾਲੋਂ ਕਿਤੇ ਘੱਟ ਸੀ। ਇਸੇ ਲਈ ਸੋਨਾ ਇੱਕ ਸ਼ਾਹੀ ਤੋਹਫਾ ਸੀ ਜੋ ਬਾਦਸ਼ਾਹੀ ਨੂੰ ਦਰਸਾਉਂਦਾ ਹੈ। ਉਸ ਸ਼ਹਿਰ ਦੀ ਤਬਾਹੀ ਵਿੱਚ, ਜਿਸ ਦਾ ਨਾਮ ਮਸੀਨਾ ਹੈ, ਜੋ ਟਰੋਜਨ ਦੇ ਯੁੱਧਾਂ ਦੇ ਸਮੇਂ ਵਿੱਚ ਸੀ, ਇੱਕ ਪੁਰਾਣੀ ਕਬਰ ਵਿੱਚ ਜਿੱਥੇ ਰਾਜਿਆਂ ਨੂੰ ਦਫਨਾਇਆ ਗਿਆ, ਅਤੇ ਉਸ ਕਬਰ ਵਿੱਚ ਉਹਨਾਂ ਨੂੰ ਸੋਨੇ ਦੇ ਬਕਸੇ ਵਿੱਚ ਸੋਨੇ ਨਾਲ ਲੱਦੇ ਦਫਨਾਇਆ ਗਿਆ। ਇੱਕ ਮਸ਼ਹੂਰ ਮੁਖੌਟਾ ਹੈ ਜੋ ਪੁਰਾਤੱਤਵ ਖੋਜਾਂ ਵਿੱਚੋਂ ਲੱਭਾ ਹੈ। ਇਸ ਨੂੰ ਅਗੈਮੇਮਨੋਨ ਦਾ ਮੋਕਟਾ ਕਿਹਾ ਜਾਂਦਾ ਹੈ, ਅਤੇ ਇਹ ਰਾਜਿਆਂ ਦਾ ਮੁਖੌਟਾ ਹੈ, ਅਤੇ ਇਹ ਰਾਜਿਆਂ ਨੂੰ ਉਹਨਾਂ ਦੀ ਮੌਤ ਤੇ ਪਾਇਆ ਜਾਂਦਾ ਸੀ, ਅਤੇ ਇਹ ਸ਼ੁੱਧ ਸੋਨੇ ਦਾ ਬਣਿਆ ਹੈ। ਜੌਨ ਹੈਨਰੀ
ਹੌਪਕਿੰਜ ਨੇ ਜੂਨੀਅਰ ਨੇ ਸਾਨੂੰ ਇੱਕ ਛੋਟਾ ਜਿਹਾ ਕੈਰਲ ਸੌਂਗ ਜਾਂ ਗੀਤ ਦਿੱਤਾ ਜੋ ਅਸੀਂ ਸਾਲ ਦੇ ਇਸ ਸਮੇਂ ਵਿੱਚ ਗਾਉਂਦੇ ਹਾਂ, ਜਿਸ ਵਿੱਚ ਇਹ ਟੱਪਾ ਸ਼ਾਮਲ ਹੈ। ਅਸੀਂ ਤਿੰਨ ਰਾਜੇ। ਬੈਤਲਹਮ ਦੇ ਮੈਦਾਨੀ ਇਲਾਕੇ ਵਿੱਚ ਪੈਦਾ ਹੋਇਆ ਰਾਜਾ, ਮੈਂ ਉਸ ਨੂੰ ਤਾਜ ਪਹਿਨਾਉਣ ਲਈ ਫਿਰ ਸੋਨਾ ਲਿਆਉਂਦਾ ਹਾਂ। ਹਮੇਸ਼ਾ ਦਾ ਰਾਜਾ ਕਦੇ ਨਹੀਂ ਰੁਕਦਾ ਸਾਡੇ ਤੇ ਰਾਜ ਕਰਨੋਂ। ਇਸ ਲਈ ਸੋਨੇ ਦਾ ਤੋਹਫਾ ਯਸੂ ਦੇ ਰਾਜਵੰਸ਼ ਅਤੇ ਬਾਦਸ਼ਾਹੀ ਨੂੰ ਦਰਸਾਉਣ ਲਈ ਦਿੱਤਾ ਗਿਆ ਸੀ। ਕਈਆਂ ਨੇ ਇੱਥੇ ਇਸ ਨੂੰ ਵਿਰੋਧਾਭਾਸ ਦੱਸਿਆ ਹੈ। ਇੱਕ ਬੱਚਾ ਜਿਸ ਨੇ ਕਿਸਾਨ ਮਾਂ-ਬਾਪ ਦੇ ਘਰ ਜਨਮ ਲਿਆ। ਤਿੰਨ ਅਮੀਰ ਬੰਦੇ ਦੂਰ ਦੇਸ਼ ਤੋਂ ਸਫ਼ਰ ਕਰਕੇ ਇਸ ਬੱਚੇ ਨੂੰ ਤੋਹਫੇ ਦੇਣ ਲਈ ਆਏ ਸਨ, ਜੋ ਇੱਕ ਰਾਜੇ ਨੂੰ ਦੇਣਾ ਉਚਿਤ ਸੀ। ਕੁਝ ਲੋਕ ਕਹਿੰਦੇ ਹਨ ਕਿ ਜੋਸ਼ੀਆਂ ਨੇ ਸਾਰੇ ਧਾਤਾਂ ਵਿੱਚੋਂ ਸਭ ਤੋਂ ਕੀਮਤੀ ਤੋਹਫਾ ਦਿੱਤਾ ਅਤੇ ਉਹਨਾਂ ਨੇ ਮਰੀਅਮ ਅਤੇ ਯੂਸਫ ਦੇ ਮਿਸਰ ਨੂੰ ਦੌਰੇ ਦਾ ਅਰਥਕ ਪ੍ਰਬੰਧ ਕੀਤਾ, ਜਿੱਥੇ ਉਹਨਾਂ ਨੇ ਹੈਰੋਦੇਸ ਦੇ ਕ੍ਰੋਧ ਤੋਂ ਬਚਣ ਲਈ ਜਾਣਾ ਸੀ। ਸਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ, ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਉਸ ਸਮੇਂ, ਸਗੋਂ ਸਾਡੇ ਸਮੇਂ ਵਿੱਚ ਵੀ, ਸੋਨਾ ਇੱਕ ਸ਼ਾਹੀ ਧਾਤ ਹੈ ਅਤੇ ਇਹ ਯਸੂ ਦੇ ਰਾਜ ਪਦ ਨੂੰ ਦਰਸਾਉਣ ਲਈ ਭੇਟ ਕੀਤਾ ਗਿਆ। ਭਾਗ ਐੜਾ, ਇੱਕ ਜਾਜਕ ਲਈ ਲੋਬਾਨ ਦਾ ਤੋਹਫਾ। ਦੂਜੀ ਗੱਲ ਬਾਈਬਲ ਕਹਿੰਦੀ ਹੈ, ਇੱਕ ਰਾਜੇ ਲਈ ਸੋਨੇ ਦਾ ਤੋਹਫਾ ਅਤੇ ਇੱਕ ਜਾਜਕ ਲਈ ਲੋਬਾਨ ਦਾ ਤੋਹਫਾ। ਇੱਕ ਵਾਰ ਫਿਰ ਸਾਨੂੰ ਮੱਤੀ 2:11 ਵਿੱਚ ਦੱਸਿਆ ਗਿਆ ਹੈ ਕਿ ਆਪਣੀਆਂ ਥੈਲੀਆਂ ਖੋਲ੍ਹ ਕੇ ਸੋਨਾ ਅਤੇ ਲੋਬਾਨ ਉਹਦੀ ਭੇਟ ਕੀਤੀ। ਇੱਕ ਹੋਰ ਮਹਿਮਾਨ ਨੇ ਆਪਣਾ ਕਦਮ ਅੱਗੇ ਵਧਾਇਆ। ਇਸ ਵਾਰ ਉਹਦੇ ਹੱਥ ਵਿੱਚ ਥੈਲੀ ਨਹੀਂ ਸੀ, ਉਸ ਦੇ ਹੱਥ ਵਿੱਚ ਇੱਕ ਬੋਤਲ ਸੀ ਅਤੇ ਉਸ ਨੇ ਆਪਣੀ ਬੋਤਲ ਖੋਲ੍ਹੀ ਅਤੇ ਇਸ ਨਾਲ ਸਾਰਾ ਕਮਰਾ ਖੁਸ਼ਬੂ ਨਾਲ ਭਰ ਗਿਆ। ਇਹ ਲੋਬਾਨ ਦੀ ਖੁਸ਼ਬੂ ਸੀ ਜੋ ਦੂਜਾ ਤੋਹਫਾ ਸੀ। ਮੈਂ ਲੋਬਾਨ ਤੇ ਥੋੜ੍ਹਾ ਜਿਹਾ ਕੰਮ ਕੀਤਾ ਹੈ ਅਤੇ ਮੈਂ ਪਾਇਆ ਹੈ ਕਿ ਇਹ ਇੱਕ ਬਰੋਜਾ ਹੈ ਜੋ ਕਿ ਇੱਕ ਰੁੱਖ ਦੇ ਰੂਪ ਵਿੱਚ ਹੁੰਦਾ ਹੈ, ਜਿਸ ਨੂੰ ਅਰਬ ਅਤੇ ਇਥੋਪੀਆ ਵਿੱਚ, ਜਿੱਥੇ ਇਹ ਹੁੰਦਾ ਹੈ, ਇੰਨਾ ਪਵਿੱਤਰ ਮੰਨਿਆ ਜਾਂਦਾ ਹੈ ਕਿ ਖਾਸ ਕਰਕੇ ਕੇਵਲ ਕੁਝ ਹੀ ਪਵਿੱਤਰ ਅਤੇ ਸ਼ੁੱਧ ਲੋਕਾਂ ਨੂੰ ਇਹਨਾਂ ਰੁੱਖਾਂ ਦੇ ਲਾਗੇ ਜਾਣ ਦੀ ਇਜਾਜ਼ਤ ਹੁੰਦੀ ਹੈ। ਇਸ ਤੋਂ ਲੋਬਾਨ ਪ੍ਰਾਪਤ ਕਰਨ ਲਈ ਅਰਬ ਦੇ ਲੋਕ ਰੁੱਖ ਦੇ ਤਣੇ ਨਾਲ ਇੱਕ 5 ਇੰਚ ਲੰਮੀ ਪਰਚ ਕੱਢਦੇ ਹਨ ਅਤੇ ਇਸ ਵਿੱਚ ਰਸ ਕੱਢ ਕੇ ਇਸ ਨੂੰ ਲਗਭਗ 3 ਮਹੀਨਿਆਂ ਤੱਕ ਸੁੱਕ ਕੇ ਸਖਤ ਹੋਣ ਦਿੰਦੇ ਹਨ। ਫਿਰ ਇਸ ਨੂੰ ਢੇਲਿਆਂ ਵਿੱਚ ਇਕੱਠਾ ਕੀਤਾ ਜਾਂਦਾ ਹੈ ਅਤੇ ਇਹ ਢੇਲੇ ਪੀਲੇ ਅਤੇ ਰੰਗ ਤੋਂ ਬਗੈਰ ਹੁੰਦੇ ਹਨ ਅਤੇ ਇਸ ਦਾ ਸਵਾਦ ਕੌੜਾ ਹੁੰਦਾ ਹੈ, ਪਰ ਜਦੋਂ ਤੁਸੀਂ ਇਸ ਨੂੰ ਅੱਗ ਤੇ ਸਾੜਦੇ ਹੋ, ਇਸ ਵਿੱਚੋਂ ਸਫੇਦ ਲਾਟ ਨਿਕਲਦੀ ਹੈ ਅਤੇ ਫਿਰ ਇਸ ਵਿੱਚ ਸੁੰਦਰ ਖੁਸ਼ਬੂ ਨਿਕਲਦੀ ਹੈ ਜੋ ਆਕਾਸ਼ ਜਾਂ ਸਵਰਗ ਵੱਲ ਨੂੰ ਜਾਂਦੀ ਹੈ। ਅਤੇ ਇਸੇ ਲਈ ਇਹਨਾਂ ਜੋਸ਼ੀਆਂ ਨੂੰ ਇਹ ਵਿਸ਼ਵਾਸ ਸੀ ਕਿ ਇਹ ਤੋਹਫਾ ਪਰਮੇਸ਼ਰ ਨੂੰ ਖੁਸ਼ ਕਰਨ ਵਾਲਾ ਹੈ। ਯਸੂ ਦੇ ਸਮੇਂ ਵਿੱਚ ਇਸ ਤਰ੍ਹਾਂ ਦੀ ਧੂਪ ਦੀ ਵਰਤੋਂ ਹੈਕਲ ਵਿੱਚ ਕੀਤੀ ਜਾਂਦੀ ਸੀ। ਇਸ ਵਿੱਚ ਤੇਲ ਮਿਲਿਆ ਹੁੰਦਾ ਸੀ ਅਤੇ ਇਸ ਦੀ ਵਰਤੋਂ ਇਸਰਾਇਲ ਦੇ ਜਾਜਕ ਨੂੰ ਮਸਾ ਕਰਨ ਲਈ ਹੁੰਦੀ ਸੀ। ਇਸ ਨੂੰ ਮੈਦੇ ਦੀ ਭੇਂਟ ਵਿੱਚ ਵੀ ਪਾਇਆ ਜਾਂਦਾ ਸੀ ਜਦੋਂ ਇਸ ਨੂੰ ਪਰਮੇਸ਼ਰ ਅੱਗੇ ਚੜਾਇਆ ਜਾਂਦਾ ਸੀ। ਪਰ ਇਸ ਧੂਪ ਦੀ ਇੱਕ ਦਿਲਚਸਪ ਗੱਲ ਇਹ ਹੈ ਕਿ ਇਹ ਭੇਟ ਪਰਮੇਸ਼ਰ ਨੂੰ ਧੰਨਵਾਦ ਦੇਣ ਅਤੇ ਉਸ ਦੀ ਉਸਤਤ ਕਰਨ ਲਈ ਚੜਾਈ ਜਾਂਦੀ ਸੀ। ਇਹ ਲੋਕਾਂ ਵਿੱਚ ਜਾਜਕ ਦੇ ਕਿਰਦਾਰ ਲਈ ਮਹੱਤਵਪੂਰਨ ਸੀ ਅਤੇ ਇਸੇ ਲਈ ਮੈਂ ਵਿਸ਼ਵਾਸ ਕਰਦਾ ਹਾਂ ਕਿ ਪੌਲੁਸ ਫਿਲਿੱਪੀਆਂ 4 ਅਧਿਆਏ ਵਿੱਚ ਫਿਲਿੱਪੀਆਂ ਨੂੰ ਲਿਖਦਾ ਹੈ ਅਤੇ ਮੈਨੂੰ ਸਭੀ ਕੁਝ ਮਿਲ ਗਿਆ ਹੈ, ਸਗੋਂ ਵਾਧੂ ਹੈ। ਮੈਂ ਭਰਪੂਰ ਹਾਂ ਕਿਉਂ ਜੋ ਮੈਨੂੰ ਤੁਹਾਡੇ ਭੇਜੇ ਹੋਏ ਪਦਾਰਥ ਇਫਾਰੋਦੀਤਸ ਦੇ ਹੱਥੋਂ ਮਿਲੇ, ਜੋ ਧੂਪ ਦੀ ਸੁਗੰਧ ਅਤੇ ਇਹੋ ਜਿਹਾ ਪ੍ਰਵਾਨ ਬਲੀਦਾਨ ਜੋ ਪਰਮੇਸ਼ਰ ਨੂੰ ਭਾਉਂਦਾ ਹੈ। ਦੂਜੇ ਸ਼ਬਦਾਂ ਵਿੱਚ ਪੌਲੁਸ ਨੇ ਕਿਹਾ, ਪੁਰਾਣੇ ਧੂਪ ਦੀ ਸੁਗੰਧ ਦੇ ਬਲੀਦਾਨ ਦੀ ਤਰ੍ਹਾਂ ਤੁਸੀਂ ਜੋ ਮੈਨੂੰ ਦਿੱਤਾ ਹੈ ਉਹ ਮੇਰੀ ਸੇਵਕਾਈ ਵਿੱਚ ਮੇਰੀ ਮਦਦ ਕਰਦਾ ਹੈ। ਪੌਲੁਸ ਨੇ ਕਿਹਾ, ਉਸ ਸੁਗੰਧ ਦੇ ਬਲੀਦਾਨ ਵਾਂਗ ਹੈ ਜਿਸ ਦੀ ਖੁਸ਼ਬੂ ਸਵਰਗ ਵਿੱਚ ਜਾਂਦੀ ਹੈ ਅਤੇ ਜੋ ਪਰਮੇਸ਼ਰ ਨੂੰ ਭਾਉਂਦੀ ਹੈ। ਪੁਰਾਣੇ ਨਿਯਮ ਵਿੱਚ ਸੁਗੰਧ ਦੇ ਬਲੀਦਾਨ ਦਾ ਸੰਬੰਧ ਪਾਪ ਦੇ ਬਲੀਦਾਨ ਨਾਲ ਨਹੀਂ ਸੀ, ਨਾ ਹੀ ਪਾਪ ਦੇ ਪ੍ਰਾਸ਼ਚਿਤ ਦੇ ਬਲੀਦਾਨ ਵਿੱਚ ਸੁਗੰਧ ਦੇ ਬਲੀਦਾਨ ਨੂੰ ਮਾਸ ਦੇ ਬਲੀਦਾਨ ਜਾਂ ਸ਼ਰਾਬ ਦੇ ਬਲੀਦਾਨ ਨਾਲ ਚੜਾਇਆ ਜਾਂਦਾ ਸੀ। ਧੂਪ ਹਮੇਸ਼ਾ ਧੰਨਵਾਦ ਦੇਣ ਅਤੇ ਉਸਤਤ ਦਾ ਬਲੀਦਾਨ ਹੁੰਦਾ ਸੀ। ਧੂਪ ਤਕਾਉਣਾ ਪਰਮੇਸ਼ਰ ਦੀ ਆਰਾਧਨਾ ਦਾ ਕਾਰਜ ਸੀ। ਜਿਵੇਂ ਕਿ ਇਹ ਕਹਿਣਾ ਜਦੋਂ ਉਹਨਾਂ ਨੇ ਬਾਲਕ ਯਸੂ ਨੂੰ ਇਹ ਤੋਹਫਾ ਭੇਟ ਕੀਤਾ,
ਇਹ ਇੱਕ ਜਾਜਕ ਲਈ ਬਿਲਕੁਲ ਉਚਿਤ ਭੇਟ ਸੀ, ਉਸ ਪਾਪ ਰਹਿਤ ਜਾਜਕ ਲਈ ਜਿਹੜਾ ਖੁਦ ਸਾਡੇ ਲਈ ਪਾਪ ਬਣ ਗਿਆ ਤਾਂ ਕਿ ਅਸੀਂ ਉਸ ਦੀ ਮਾਫੀ ਅਤੇ ਧਾਰਮਿਕਤਾ ਨੂੰ ਪਾ ਸਕੀਏ। ਭਾਗ ਈੜੀ। ਇੱਕ ਮੁਕਤੀਦਾਤਾ ਲਈ ਗੰਧਰਸ ਦਾ ਤੋਹਫਾ। ਸੋਨਾ ਇਸ ਲਈ ਦਿੱਤਾ ਗਿਆ ਕਿਉਂਕਿ ਯਿਸੂ ਇੱਕ ਰਾਜਾ ਸੀ, ਅਤੇ ਲੁਬਾਨ ਇਸ ਲਈ ਦਿੱਤਾ ਗਿਆ ਕਿਉਂਕਿ ਯਿਸੂ ਇੱਕ ਜਾਜਕ ਸੀ, ਸਭਨਾਂ ਉੱਤੇ ਮਹਾਜਾਜਕ। ਅਤੇ ਫਿਰ ਆਖਰੀ ਵਿੱਚ ਤੀਜਾ ਤੋਹਫਾ ਹੈ। ਮੱਤੀ 2:11 ਕਹਿੰਦਾ ਹੈ, ਉਹਨਾਂ ਨੇ ਆਪਣੀਆਂ ਥੈਲੀਆਂ ਖੋਲ ਕੇ ਸੋਨਾ ਅਤੇ ਲੁਬਾਨ ਅਤੇ ਗੰਧਰਸ ਉਹਦੀ ਭੇਟ ਕੀਤੀ। ਇਹ ਇੱਕ ਅਜਿਹਾ ਸ਼ਬਦ ਹੈ ਜੋ ਇਬਰਾਨੀ ਭਾਸ਼ਾ ਦਾ ਸ਼ਬਦ ਮਾਰ ਤੋਂ ਆਉਂਦਾ ਹੈ, ਜਿਸ ਦਾ ਅਰਥ ਹੈ ਕੌੜਾ ਹੋਣਾ। ਯਿਸੂ ਦੇ ਸਮੇਂ ਗੰਧਰਸ ਇੱਕ ਉਹ ਪਦਾਰਥ ਸੀ ਜੋ ਲਾਸ਼ ਨੂੰ ਸੁਰੱਖਿਅਤ ਰੱਖਣ ਲਈ ਵਰਤਿਆ ਜਾਂਦਾ ਸੀ। ਇਸ ਨੂੰ ਲਾਸ਼ ਦੀ ਬਾਹਰੀ ਹਿੱਸੇ ਵਿੱਚ ਲਾਇਆ ਜਾਂਦਾ ਸੀ। ਜਿਵੇਂ ਕਿ ਤੁਹਾਨੂੰ ਯਾਦ ਹੈ, ਉਹਨਾਂ ਦਿਨਾਂ ਵਿੱਚ ਇਹੋ ਜਿਹੀ ਵਿਧੀ ਨਹੀਂ ਸੀ ਹੁੰਦੀ ਜੋ ਅੱਜ ਸਾਡੇ ਕੋਲ ਹੈ। ਪਰ ਜਦੋਂ ਉਹ ਲਾਸ਼ ਨੂੰ ਦਫਨਾਉਣ ਲਈ ਤਿਆਰ ਕਰਦੇ ਸਨ, ਉਹ ਇਸ ਨੂੰ ਕੱਪੜੇ ਦੀਆਂ ਤਹਿਆਂ ਵਿੱਚ ਬਲੇਟਦੇ ਸਨ ਅਤੇ ਉਹ ਇਹਨਾਂ ਤਹਿਆਂ ਵਿਚਕਾਰ ਮਸਾਲਿਆਂ ਨੂੰ ਰੱਖ ਦਿੰਦੇ ਸਨ ਅਤੇ ਫਿਰ ਲਾਸ਼ ਨੂੰ ਬਲੇਟ ਦਿੰਦੇ ਸਨ। ਸਾਨੂੰ ਪਵਿੱਤਰ ਵਚਨ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਅਰਮਥਿਆ ਦਾ ਯੂਸਫ ਯਿਸੂ ਦੀ ਲਾਸ਼ ਨੂੰ ਤਿਆਰ ਕਰਨ ਲਈ ਆਇਆ ਤਾਂ ਉਹ ਆਪਣੇ ਨਾਲ 5 ਕਸੇਰ ਗੰਧਰਸ ਉਸ ਕੱਪੜੇ ਨਾਲ ਬਲੇਟਣ ਲਈ ਲਿਆਇਆ ਜੋ ਸਾਡੇ ਮੁਕਤੀਦਾਤਾ ਨੂੰ ਦਫਨਾਉਣ ਲਈ ਵਰਤਿਆ ਗਿਆ ਸੀ। ਪ੍ਰਕਾਸ਼ ਦੀ ਪੋਥੀ ਵਿੱਚ ਏਸ਼ੀਆ ਮਾਈਨਰ ਦੀਆਂ ਕਲੀਸਿਆ ਵਿੱਚ ਇੱਕ ਕਲੀਸਿਆ ਜਿਸ ਦੇ ਬਾਰੇ ਅਸੀਂ ਪੜ੍ਹਦੇ ਹਾਂ, ਉਹ ਹੈ ਸੁਮਰਨੇ ਦੀ ਕਲੀਸਿਆ। ਇਹ ਥੋੜ੍ਹੇ ਜਿਹਾ ਗੰਧਰਸ ਦੇ ਵਾਂਗ ਜਾਪਦਾ ਹੈ ਕਿ ਨਹੀਂ? ਇਹ ਗੰਧਰਸ ਵਾਂਗ ਜਾਪਦਾ ਹੈ ਕਿਉਂਕਿ ਗੰਧਰਸ ਦਾ ਉਤਪਾਦ ਉੱਥੇ ਹੀ ਹੁੰਦਾ ਸੀ। ਸੁਮਰਨੇ ਨੂੰ ਆਪਣਾ ਨਾਮ ਗੰਧਰਸ ਦੇ ਉਤਪਾਦ ਤੋਂ ਹੀ ਮਿਲਿਆ ਹੈ। ਬਹੁਤ ਹੀ ਦਿਲਚਸਪ ਹੈ ਕਿ ਪ੍ਰਕਾਸ਼ ਦੀ ਪੋਥੀ ਦੀਆਂ 7 ਕਲੀਸਿਆਂ ਵਿੱਚੋਂ ਸੁਮਰਨੇ ਦੀ ਇੱਕ ਇਹੋ ਜਿਹੀ ਕਲੀਸਿਆ ਹੈ ਜੋ ਦੁੱਖ ਨਾਲ ਜੁੜੀ ਹੋਈ ਹੈ। ਇਹ ਦੁੱਖ ਸਹਿਣ ਵਾਲੀ ਕਲੀਸਿਆ ਹੈ। ਹੁਣ ਔਰਤੋ, ਜੇ ਤੁਹਾਨੂੰ ਕਿਸੇ ਨਵ ਜਨਮੇ ਬੱਚੇ ਦੇ ਪਹਿਲੀ ਵਾਰ ਨਹਾਉਣ ਤੇ ਉਸ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਹੈ ਅਤੇ ਤੁਹਾਨੂੰ ਉਸ ਲਈ ਕੋਈ ਤੋਹਫਾ ਲੈ ਕੇ ਆਉਣ ਲਈ ਕਿਹਾ ਗਿਆ ਹੈ, ਤਾਂ ਕੀ ਤੁਸੀਂ ਉਸ ਲਈ ਗੰਧਰਸ ਦਾ ਤੋਹਫਾ ਲੈ ਕੇ ਜਾਓਗੇ? ਮੈਨੂੰ ਤਾਂ ਸ਼ੱਕ ਹੈ, ਪਰ ਸੱਚਮੁੱਚ ਇਹ ਮਨੁੱਖ ਇਹੋ ਹੀ ਲੈ ਕੇ ਆਏ। ਗੰਧਰਸ ਦਾ ਆਪਣਾ ਇੱਕ ਮਹੱਤਵ ਸੀ। ਇਸ ਨੂੰ ਵੇਚ ਕੇ ਪੈਸਾ ਵਟਿਆ ਜਾ ਸਕਦਾ, ਪਰ ਗੰਧਰਸ ਦੇ ਤੋਹਫੇ ਦਾ ਮਹੱਤਵ ਇਹ ਹੈ ਕਿ ਇਹ ਉਸ ਨੂੰ ਦਿੱਤਾ ਗਿਆ ਸੀ ਜਿਹੜਾ ਇੱਕ ਖਾਸ ਮਕਸਦ ਨਾਲ ਮਰਨ ਲਈ ਪੈਦਾ ਹੋਇਆ ਸੀ। ਜਿਵੇਂ ਯਹੋਨਾ 12 ਵਿੱਚ ਬਤੈਨੀਆ ਦੀ ਮਰੀਅਮ ਨੇ ਯਿਸੂ ਦੇ ਮਰਨ ਤੋਂ ਪਹਿਲਾਂ ਉਸ ਦੇ ਸਰੀਰ ਨੂੰ ਮਸਾ ਕੀਤਾ। ਕਿ ਤੁਹਾਨੂੰ ਯਾਦ ਹੈ ਕਿ ਉਸ ਨੇ ਯਿਸੂ ਤੇ ਮਹਿੰਗੇ ਮੁੱਲ ਦਾ ਅਤਰ ਪਾਇਆ ਅਤੇ ਆਪਣੇ ਵਾਲਾਂ ਨਾਲ ਯਿਸੂ ਦੇ ਪੈਰ ਧੋਤੇ, ਅਤੇ ਪਵਿੱਤਰ ਵਚਨ ਦੱਸਦਾ ਹੈ ਕਿ ਉਸ ਨੇ ਯਿਸੂ ਦੇ ਮਰਨ ਤੋਂ ਪਹਿਲਾਂ ਹੀ ਯਿਸੂ ਦੇ ਸਰੀਰ ਨੂੰ ਮਸਾ ਕਰ ਦਿੱਤਾ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਸ਼ਾਮਿਲ ਹੋਏ ਅਤੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅੱਜ ਅਸੀਂ ਜੋਤਸ਼ੀਆਂ ਦੇ ਤੋਹਫਿਆਂ ਬਾਰੇ ਗੱਲਬਾਤ ਕਰ ਰਹੇ ਸੀ। ਅਸੀਂ ਜਾਣਿਆ ਕਿ ਇਸ ਸੰਸਾਰ ਦੇ ਮੁਕਤੀਦਾਤੇ ਦਾ ਇੰਤਜ਼ਾਰ ਬਹੁਤ ਸਾਰੇ ਦੇਸ਼ਾਂ ਦੇ ਲੋਕ ਕਰ ਰਹੇ ਸੀ। ਇਹਨਾਂ ਦੇ ਵਿੱਚ ਪੂਰਬ ਦੇਸ਼ਾਂ ਦੇ ਕੁਝ ਰਾਜੇ ਵੀ ਸੀ। ਅਸੀਂ ਇਹਨਾਂ ਨੂੰ ਜੋਤਸ਼ੀ ਵੀ ਕਹਿ ਸਕਦੇ ਹਾਂ ਕਿਉਂਕਿ ਆਕਾਸ਼ ਦੇ ਤਾਰਿਆਂ ਦਾ ਭੇਦ ਇਹ ਜਾਣਨ ਵਾਲੇ ਲੋਕ ਸੀ। ਇਹਨਾਂ ਨੂੰ ਆਕਾਸ਼ ਦੇ ਤਾਰਿਆਂ ਤੋਂ ਵੇਖ ਕੇ ਇਹ ਪਤਾ ਲੱਗ ਗਿਆ ਸੀ ਕਿ ਇਸ ਸੰਸਾਰ ਦਾ ਮੁਕਤੀਦਾਤਾ ਪੈਦਾ ਹੋ ਗਿਆ। ਉਹ ਉਸ ਮੁਕਤੀਦਾਤੇ ਨੂੰ ਵੇਖਣਾ ਚਾਹੁੰਦੇ ਸੀ। ਆਕਾਸ਼ ਦੇ ਇੱਕ ਤਾਰੇ ਨੇ ਉਹਨਾਂ ਨੂੰ ਰਾਹ ਦਿਖਾਈ ਅਤੇ ਉਸ ਜਗ੍ਹਾ ਤੇ ਪਹੁੰਚਾਇਆ ਜਿੱਥੇ ਸੰਸਾਰ ਦਾ ਮੁਕਤੀਦਾਤਾ ਯਿਸੂ ਮਸੀਹ ਪੈਦਾ ਹੋਇਆ ਸੀ। ਉਹਨੇ ਉਸ ਤਾਰੇ ਦੀ ਅਗਵਾਈ ਦੇ ਵਿੱਚ ਯਰੂਸ਼ਲਮ ਦੇ ਸ਼ਹਿਰ ਦੇ ਵਿੱਚ ਜਾ ਕੇ ਪ੍ਰਭੂ ਯਿਸੂ ਜੀ ਨੂੰ ਦੇਖਿਆ ਅਤੇ ਉਹਨਾਂ ਨੂੰ ਦੰਡਵਤ ਕੀਤਾ। ਉਹਨਾਂ ਨੇ ਪ੍ਰਭੂ ਯਿਸੂ ਜੀ ਨੂੰ ਵੱਖ-ਵੱਖ ਤਰ੍ਹਾਂ ਦੇ ਉਪਹਾਰ ਦਿੱਤੇ। ਬਾਈਬਲ ਬਾਣੀ ਉਹਨਾਂ ਦੇ ਉਪਹਾਰਾਂ ਵਿੱਚੋਂ ਪ੍ਰਮੁੱਖ ਤੌਰ ਤੇ ਸੋਨੇ, ਲੁਬਾਨ ਅਤੇ ਗੰਧਰਸ ਦੇ ਬਾਰੇ ਜ਼ਿਕਰ ਕਰਦੀ ਹੈ। ਇਹ ਇਤਿਫਾਕੀ ਤੋਹਫੇ ਨਹੀਂ ਸਨ ਕਿਉਂਕਿ ਇਹਨਾਂ ਤੋਹਫਿਆਂ ਦਾ ਪ੍ਰਭੂ ਯਿਸੂ ਜੀ ਦੇ ਜੀਵਨ ਦੇ ਨਾਲ ਇੱਕ ਖਾਸ ਮਹੱਤਵ ਹੈ। ਜੋਤਸ਼ੀਆਂ ਦਾ ਯਿਸੂ ਜੀ ਨੂੰ ਸੋਨੇ ਦਾ ਉਪਹਾਰ ਦਿੱਤੇ ਜਾਣ ਦਾ ਅਰਥ ਹੈ ਉਹਨਾਂ ਨੇ ਇੱਕ ਰਾਜੇ ਨੂੰ ਸੋਨਾ ਭੇਟ ਕੀਤਾ।
ਇਸ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਉਹਨਾਂ ਜੋਤਸ਼ੀਆਂ ਨੇ ਪ੍ਰਭੂ ਯਿਸੂ ਜੀ ਨੂੰ ਇੱਕ ਅਜਿਹੇ ਜਾਜਕ ਵਜੋਂ ਸਨਮਾਨ ਦਿੱਤਾ ਜੋ ਮਨੁੱਖ ਅਤੇ ਪਰਮੇਸ਼ਰ ਦੇ ਵਿੱਚ ਇੱਕ ਜਾਜਕ ਦੇ ਰੂਪ ਵਿੱਚ ਵਿਚੋਲਾ ਬਣ ਕੇ ਖੜੇ ਹੋਣਗੇ ਅਤੇ ਪਾਪੀ ਮਨੁੱਖ ਜਾਤੀ ਦਾ ਫਿਰ ਤੋਂ ਪਰਮੇਸ਼ਰ ਦੇ ਨਾਲ ਮੇਲ ਮਿਲਾਪ ਕਰਵਾਉਣਗੇ। ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਉਹ ਪਾਪ ਰਹਿਤ ਜਾਜਕ ਸੀ ਜੋ ਸਾਡੇ ਲਈ ਪਾਪ ਬਣ ਗਿਆ ਤਾਂ ਜੋ ਅਸੀਂ ਪਰਮੇਸ਼ਰ ਦੀ ਧਾਰਮਿਕਤਾ ਨੂੰ ਪਾ ਸਕੀਏ। ਇਸ ਤੋਂ ਬਾਅਦ ਅਸੀਂ ਪ੍ਰਭੂ ਯਿਸੂ ਜੀ ਨੂੰ ਗੰਧਰਸ ਦਾ ਉਪਹਾਰ ਦਿੱਤਾ ਵੇਖਿਆ। ਗੰਧਰਸ ਦਾ ਅਰਥ ਹੈ ਕੌੜਾ ਹੋਣਾ। ਪੁਰਾਣੇ ਸਮੇਂ ਦੇ ਵਿੱਚ ਗੰਧਰਸ ਦਾ ਇਸਤੇਮਾਲ ਮਰੇ ਹੋਏ ਲੋਕਾਂ ਦੀਆਂ ਲਾਸ਼ਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ। ਆਮ ਤੌਰ ਤੇ ਸਾਡੇ ਵਿੱਚੋਂ ਕੋਈ ਵੀ ਕਿਸੇ ਬੱਚੇ ਜਾਂ ਵੱਡੇ ਦੇ ਜਨਮ ਦਿਨ ਦੇ ਮੌਕੇ ਤੇ ਜਾਂ ਫਿਰ ਹੋਰ ਕਿਸੇ ਖੁਸ਼ੀ ਦੇ ਮੌਕੇ ਤੇ ਉਸ ਨੂੰ ਗੰਧਰਸ ਦਾ ਤੋਹਫਾ ਦੇਣਾ ਨਹੀਂ ਚਾਹੇਗਾ। ਪਰ ਇਹਨਾਂ ਜੋਤਸ਼ੀਆਂ ਵਿੱਚੋਂ ਇੱਕ ਨੇ ਪ੍ਰਭੂ ਯਿਸੂ ਜੀ ਨੂੰ ਗੰਧਰਸ ਦਾ ਉਪਹਾਰ ਦਿੱਤਾ, ਕਿਉਂਕਿ ਇਸ ਤਰ੍ਹਾਂ ਜਾਪਦਾ ਹੈ ਕਿ ਜੋਤਸ਼ੀਆਂ ਨੂੰ ਗੰਧਰਸ ਦਾ ਮਹੱਤਵ ਪਤਾ ਸੀ। ਅਸਲ ਦੇ ਵਿੱਚ ਗੰਧਰਸ ਉਹਨੂੰ ਦਿੱਤਾ ਗਿਆ ਜੋ ਖਾਸ ਮਕਸਦ ਦੇ ਲਈ ਮਰਨ ਨੂੰ ਪੈਦਾ ਹੋਇਆ ਸੀ। ਦੋਸਤੋ, ਪ੍ਰਭੂ ਯਿਸੂ ਜੀ ਇਸ ਲਈ ਪੈਦਾ ਹੋਏ ਕਿ ਉਹਨਾਂ ਦੀ ਮੌਤ ਤੁਹਾਨੂੰ ਜ਼ਿੰਦਗੀ ਦੇ ਸਕੇ, ਹਮੇਸ਼ਾ ਦੀ ਜ਼ਿੰਦਗੀ। ਦੋਸਤੋ, ਜੇਕਰ ਅਸੀਂ ਇਹਨਾਂ ਗੈਰ ਕੌਮਾਂ ਦੇ ਰਾਜਿਆਂ ਉੱਤੇ ਗੌਰ ਕਰੀਏ ਜੋ ਕਿ ਆਪਣੀ ਆਪਣੀ ਜੋਤਿਸ਼ ਵਿਦਿਆ ਦੇ ਵਿੱਚ ਮਾਹਿਰ ਸਨ, ਇਹ ਨਾ ਤਾਂ ਯਹੂਦੀ ਸੀ ਅਤੇ ਨਾ ਹੀ ਮਸੀਹੀ। ਇਹ ਤਾਂ ਦੂਰ ਦਰਾਜ਼ ਦੇ ਦੂਜੇ ਦੇਸ਼ਾਂ ਤੋਂ ਪ੍ਰਭੂ ਯਿਸੂ ਜੀ ਨੂੰ ਲੱਭਦੇ ਹੋਏ ਉਸ ਨੂੰ ਮੱਥਾ ਟੇਕਣ ਆਏ ਸੀ। ਪਰ ਫਿਰ ਵੀ ਇੰਜ ਜਾਪਦਾ ਹੈ ਕਿ ਪਰਮੇਸ਼ਵਰ ਦੀ ਮੁਕਤੀ ਦੀ ਯੋਜਨਾ ਦਾ ਪ੍ਰਕਾਸ਼ ਉਹਨਾਂ ਦੇ ਉੱਤੇ ਜ਼ਾਹਿਰ ਹੋ ਚੁੱਕਾ ਸੀ, ਜਿਸ ਨੂੰ ਉਹਨਾਂ ਨੇ ਆਪਣੀ ਭੇਟਾਂ ਦੇ ਦੁਆਰਾ ਪ੍ਰਗਟ ਵੀ ਕੀਤਾ। ਦੋਸਤੋ, ਇਹ ਗੱਲ ਦੱਸਦੀ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਪਰਮੇਸ਼ਵਰ ਦੁਆਰਾ ਕੀਤਾ ਗਿਆ ਮੁਕਤੀ ਦਾ ਇੰਤਜ਼ਾਮ ਕਿਸੇ ਇੱਕ ਕੌਮ ਜਾਂ ਜਾਤੀ ਦੇ ਲਈ ਨਹੀਂ ਹੈ। ਇਹ ਤਾਂ ਸੰਸਾਰ ਦੀ ਸਾਰੀ ਮਨੁੱਖ ਜਾਤੀ ਦੇ ਲਈ ਹੈ, ਕਿਉਂਕਿ ਬਾਈਬਲ ਬਾਣੀ ਦੱਸਦੀ ਹੈ ਕਿ ਪਰਮੇਸ਼ਵਰ ਨੇ ਜਗਤ ਦੇ ਨਾਲ ਅਜਿਹਾ ਪਿਆਰ ਕੀਤਾ ਕਿ ਉਹਨੇ ਆਪਣੇ ਇਕਲੌਤੇ ਪੁੱਤਰ ਪ੍ਰਭੂ ਯਿਸੂ ਜੀ ਨੂੰ ਸਾਡੇ ਲਈ ਬਲੀਦਾਨ ਕਰ ਦਿੱਤਾ, ਤਾਂ ਕਿ ਜੋ ਕੋਈ ਵੀ ਉਸ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਏ ਪਰ ਸਦੀਪਕ ਜੀਵਨ ਪਾਏ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਅੱਜ ਇੱਕ ਵਾਰ ਫਿਰ ਤੋਂ ਤੁਸੀਂ ਸਾਡੇ ਤੇ ਕਿਰਪਾ ਕੀਤੀ, ਸਾਨੂੰ ਪ੍ਰਭੂ ਜੀ ਆਪਣੇ ਵਚਨ ਦੇ ਦੁਆਰਾ ਆਸ਼ੀਸ਼ ਤੇ ਬਰਕਤ ਦਿੱਤੀ। ਪ੍ਰਭੂ, ਅੱਜ ਅਸੀਂ ਤੁਹਾਡੇ ਵਚਨ ਤੋਂ ਸਿੱਖ ਪਾਏ ਕਿ ਉਹਨਾਂ ਜੋਤਸ਼ੀਆਂ ਦੇ ਦੁਆਰਾ ਦਿੱਤੇ ਗਏ ਉਪਹਾਰ ਕਿੰਨਾ ਮਹੱਤਵ ਰੱਖਦੇ ਸੀ। ਸੋਨੇ ਦਾ ਮਹੱਤਵ, ਲੁਬਾਨ ਦਾ ਮਹੱਤਵ ਔਰ ਗੰਧਰਾਜ ਦਾ ਮਹੱਤਵ ਬਹੁਤ ਜ਼ਿਆਦਾ ਸਾਡੇ ਲਈ ਮਾਇਨੇ ਰੱਖਦਾ ਹੈ। ਪ੍ਰਭੂ, ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹਨਾਂ ਵਚਨਾਂ ਦੇ ਦੁਆਰਾ ਸਾਨੂੰ ਪ੍ਰਭੂ ਜੀ ਪੂਰੀ ਤਰ੍ਹਾਂ ਪ੍ਰਭੂ ਜੀ ਬਰਕਤ ਦਿੱਤੀ ਹੈ। ਔਰ ਆਪਣੇ ਮਹਿਮਾ ਦੇ ਲਈ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਤੁਸੀਂ ਸਾਨੂੰ ਇਸਤੇਮਾਲ ਕਰੋ, ਤਾਂ ਕਿ ਅਸੀਂ ਵੀ ਇਹਨਾਂ ਰਾਜਿਆਂ ਵਾਂਗੂ, ਇਹਨਾਂ ਜੋਤਸ਼ੀਆਂ ਵਾਂਗੂ ਆਪਣਾ ਸਭ ਤੋਂ ਬੈਸਟ ਔਰ ਜਿਸ ਦਾ ਕੋਈ ਮਤਲਬ ਹੈ ਉਸ ਚੀਜ਼ ਨੂੰ ਤੁਹਾਨੂੰ ਦੇ ਸਕੀਏ। ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਦੇ ਹਾਂ। ਤਦ ਤੱਕ ਦੇ ਲਈ ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।